ਇਹ ਮੈਂ ਗੱਲ ਪੁੱਛਣੀ ਚਾਹਣਾ ਜਿਹੜੇ ਪ੍ਰਧਾਨ ਸਾਹਿਬ ਆ ਐਸਜੀਪੀਸੀ ਦੇ ਵੀ ਪ੍ਰਧਾਨ ਸਾਹਿਬ ਦਾਈਆਂ ਤੋਂ ਵੀ ਕਦੇ ਢਿੱਡ ਲੁਕੇ ਆ। ਫਿਰ ਜੇ ਅਸੀਂ ਸਵਾਲ ਪੁੱਛਦੇ ਆ ਉਸ ਸਵਾਲ ਦਾ ਮੈਨੂੰ ਇਹ ਕਹਿ ਕੇ ਚੁੱਪ ਕਰਾ ਦਿੱਤਾ ਜਾਂਦਾ ਵੀ ਤੁਹਾਡੇ ਤੇ ਕਾਨੂੰਨੀ ਕਾਰਵਾਈ ਕਰਾਂਗੇ। ਮੈਂ ਤਾਂ ਤੁਹਾਡੇ ਤੋਂ ਸਵਾਲ ਪੁੱਛਿਆ ਜੀ, ਤੇ ਸਵਾਲ ਪੁੱਛਣ ਦਾ ਹੱਕ ਉਹ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਾਨੂੰ ਦਿੱਤਾ, 10ਵੇਂ ਪਾਤਸ਼ਾਹ ਨੇ ਸਾਨੂੰ ਦਿੱਤਾ। ਹੁਣ ਤੁਸੀਂ ਉਹ ਵੀ ਖੋਲੋਗੇ ਸਾਡੇ ਤੋਂ। तुम जमीन पे जुल्म लिखोगे, तुम जमीन पे जुल्म लिखोगे, आसमान पे मगर इनकलाब लिखा जाएगा। सब याद रखा जाएगा, सब याद रखा जाएगा। ਐਸਜੀਪੀਸੀ ਦੇ ਜਥੇਦਾਰ ਉਹਨਾਂ ਨੇ ਦੀਪ ਸਿੱਧੂ ਉੱਤੇ, ਜੋ ਕਿ ਇੱਕ ਪੰਜਾਬੀ ਐਕਟਰ ਨੇ, ਉਹਨਾਂ ਉੱਤੇ ਕਾਫੀ ਗੰਭੀਰ ਆਰੋਪ ਲਗਾਏ ਸੀ ਤੇ ਇਹ ਤੱਕ ਕਿਹਾ ਕਿ ਤੁਹਾਡੇ ਉੱਤੇ ਕਾਰਵਾਈ ਕੀਤੀ ਜਾਊਗੀ। ਤੇ ਜਿਸ ਦੇ ਵਿਰੋਧ ਦੇ ਵਿੱਚ ਦੀਪ ਸਿੱਧੂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਲਾਈਵ ਹੁੰਦੇ ਨੇ ਤੇ ਕਾਫੀ ਗਰਮੀ ਦੇ ਵਿੱਚ ਉਹਨਾਂ ਨੂੰ ਜਵਾਬ ਦਿੰਦੇ ਨੇ ਤੇ ਕੀ ਕੁਝ ਕਹਿੰਦੇ ਨੇ, ਆਓ ਵੇਖਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਮੈਂ ਆਸ ਕਰਦਾ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ ਜੀ। ਮੈਨੂੰ ਮੇਰੀ ਇੱਕ ਫਿਲਮ ਦਾ ਡਾਇਲੌਗ ਯਾਦ ਆ ਗਿਆ। ਡਾਇਲੌਗ ਸੀ, ਰਾਜਨੀਤੀ ਬੇਸ਼ੱਕ ਸਾਨੂੰ ਘੱਟ ਆਉਂਦੀ ਹੋਵੇ ਪਰ ਲੜਨਾ ਅਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ। ਹੁਣ ਗੱਲ ਜਿਹੜੀ ਆ ਬੜੀ ਗੰਭੀਰ ਆ। ਇਸ ਕਰਕੇ ਗੰਭੀਰ ਆ, ਉਸ ਤਖਤ ਤੋਂ ਜਿੱਥੇ ਮੈਂ ਨਿੱਕੇ ਹੁੰਦੇ ਬਠਿੰਡਿਓਂ ਤੁਰਨਾ ਤੇ ਸ਼੍ਰੀ ਦਮਦਮਾ ਸਾਹਿਬ ਜਾ ਕੇ ਨਤਮਸਤਕ ਹੋਣਾ, ਉਸ ਤਖਤ ਦੇ ਉੱਥੋਂ ਖੜੇ ਹੋ ਕੇ ਇਹ ਗੱਲ ਕਹਿ ਦਿੱਤੀ ਜਾਂਦੀ ਆ, ਮੈਂ ਸਿੱਖ ਨਹੀਂ ਆ ਤੇ ਮੈਂ ਏਜੰਸੀਆਂ ਦਾ ਬੰਦਾ, ਜਾਂ ਮੈਂ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਉਹਨਾਂ ਦੇ ਅਗੇਂਸਟ ਕੰਮ ਕਰ ਰਿਹਾ, ਉਹਨਾਂ ਨੂੰ ਆਪਣੀ ਸੰਗਤ ਦੇ ਨਜ਼ਰਾਂ 'ਚ ਕਿਸੇ ਨਾ ਕਿਸੇ ਤਰ੍ਹਾਂ ਠੇਸ ਪਹੁੰਚਾਉਣ ਖਾਤਰ ਜਾਂ ਹਾਨੀ ਪਹੁੰਚਾ ਰਿਹਾ। ਇਹ ਗੱਲ ਬਹੁਤ ਗੰਭੀਰ ਆ ਜੀ। ਇਸ ਗੱਲ ਤੇ ਇਹਦੀ ਵੱਜੀ ਆ ਮੈਨੂੰ ਸੱਟ ਇਸ ਕਰਕੇ ਵੱਜੀ ਆ ਕਿਉਂਕਿ ਇਹ ਜਜ਼ਬਾਤ ਆ, ਸਾਡਾ ਸਮਰਪਣ ਆ ਉਸ ਗੁਰੂ ਲਈ, ਜਾਂ ਸਾਡਾ ਸਮਰਪਣ ਆ ਸ਼੍ਰੀ ਅਕਾਲ ਤਖਤ ਸਾਹਿਬ ਲਈ, ਜਿਹਦੇ ਲਈ ਅਸੀਂ ਹਮੇਸ਼ਾ ਹੀ ਸਮਰਪਿਤ ਰਹਾਂਗੇ। ਸੋ ਇੱਕ ਹੋਰ ਗੱਲ ਤੇ ਆਉਣੇ ਆ, ਜਿਹੜੀ ਗੱਲ ਕਰਨ ਵਾਲੀ ਆ। ਮੈਂ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਮੈਂ ਸੰਸਥਾ ਨੂੰ ਨਹੀਂ ਨਿੰਦ ਰਿਹਾ, ਮੈਂ ਉਹਦੇ ਜਿਹੜੇ ਆਗੂ ਆ ਸੰਸਥਾ ਦੇ, ਅੱਜ ਵਰਤਮਾਨ ਆਗੂ ਆ ਸਾਡੇ, ਉਹਨਾਂ ਦੀ ਗੱਲ ਕਰਦਾ। ਉਹਨਾਂ ਨੇ ਇੱਕ ਇਤਿਹਾਰ ਦਿੱਤਾ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿੱਥੇ ਕਿਤੇ ਕਿਸੇ ਸੰਗਤ ਨੂੰ ਜਾਂ ਕਿਸੇ ਮਾਈ ਭਾਈ ਨੂੰ ਪਤਾ, ਉਹ ਸਾਨੂੰ ਆਪਦਾ ਹਲਫਨਾਮਾ ਲਿਖ ਕੇ ਭੇਜੇ ਤੇ ਉਹਦਾ ਨਾਂ ਪਤਾ ਗੁਪਤ ਰੱਖਿਆ ਜਾਊਗਾ, ਕਿਉਂਕਿ 267 ਰੂਪ ਘਟੇ ਆ। ਹੁਣ 267 ਸਰੂਪ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਘਟੇ ਆ। ਇਹ ਮੈਂ ਗੱਲ ਪੁੱਛਣੀ ਚਾਹਣਾ ਜਿਹੜੇ ਪ੍ਰਧਾਨ ਸਾਹਿਬ ਆ ਐਸਜੀਪੀਸੀ ਦੇ ਵੀ ਪ੍ਰਧਾਨ ਸਾਹਿਬ ਦਾਈਆਂ ਤੋਂ ਵੀ ਕਦੇ ਢਿੱਡ ਲੁਕੇ ਆ। ਇਸ ਗੱਲ ਦਾ ਤੁਸੀਂ ਮੈਨੂੰ ਜਵਾਬ ਦਿਓ। ਤੁਹਾਨੂੰ ਹੁਣ ਹਲਫਨਾਮੇ ਭੇਜਾਂਗੇ ਅਸੀਂ। ਇੱਕ ਪਾਸੇ ਇਹ ਗੱਲ ਕਹੀ ਜਾ ਰਹੀ ਆ ਔਰ ਇਹ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿ ਰਹੇ ਆ ਵੀ ਉਹ ਕਿਤੇ ਗਾਇਬ ਨਹੀਂ ਹੋਏ ਜਾਂ ਉਹ ਮਿਸਿੰਗ ਨਹੀਂ ਆ, ਇਹ ਕਲੈਰੀਕਲ ਮਿਸਟੇਕ ਆ ਤੇ ਇਸ ਦੀ ਜਾਂਚ ਕੀਤੀ ਜਾਊਗੀ। ਹੁਣ ਇਹ ਕਲੈਰੀਕਲ ਮਿਸਟੇਕ ਆ ਜੀ, ਤੁਹਾਨੂੰ ਮਸਲੇ ਦੀ ਗੰਭੀਰਤਾ ਸਮਝ ਨਹੀਂ ਆ ਰਹੀ ਕਿ ਤੁਸੀਂ ਸਮਝਣਾ ਨਹੀਂ ਚਾਹ ਰਹੇ। ਤੁਹਾਨੂੰ ਹਲਫਨਾਮੇ ਦਈਏ, ਅਸੀਂ ਤੁਹਾਨੂੰ ਇਹ ਵੀ ਹਲਫਨਾਮੇ ਦਈਏ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਉਸ ਸਟੇਜ ਤੋਂ ਜਿੱਥੋਂ ਸਾਰਾ ਦੇਸ਼ ਦੇਖ ਰਿਹਾ ਸੀ ਕਿਹੜੀ ਸਟੇਟਮੈਂਟ ਦਿੱਤੀ, ਤੁਹਾਨੂੰ ਉਹ ਵੀ ਹਲਫਨਾਮੇ 'ਚ ਲਿਖ ਕੇ ਦਈਏ ਤੇ ਸਾਡਾ ਪਤਾ ਤੇ ਨਾ ਤੁਸੀਂ ਗੁਪਤ ਰੱਖ ਲਿਓ। ਤੁਹਾਨੂੰ ਇਹ ਵੀ ਹਲਫਨਾਮੇ 'ਚ ਲਿਖ ਕੇ ਦਈਏ ਵੀ ਉੱਥੋਂ ਉਸੇ ਸਟੇਜ ਤੋਂ ਤੁਹਾਡੇ ਸਾਬਕਾ ਜਥੇਦਾਰ ਆ ਜਿਹੜੇ ਇਕਬਾਲ ਸਿੰਘ, ਉਹ ਕੀ ਕਹਿ ਰਹੇ ਆ। ਤੁਹਾਡੇ ਕੋਲੇ ਕਿਸੇ ਕੋਲੇ ਇਸ ਗੱਲ ਤੇ ਆ ਕੇ ਉਸ ਨੈਰੇਟਿਵ ਨੂੰ, ਉਸ ਬਿਰਤਾਂਤ ਨੂੰ ਢਾਉਣ ਵਾਸਤੇ ਜਾਂ ਉਸ ਬਿਰਤਾਂਤ ਦੇ ਅਗੇਂਸਟ ਤੁਸੀਂ ਆਪ ਦਾ ਕੋਈ ਸਪਸ਼ਟੀਕਰਨ ਦੇ ਸਕੋ ਜਾਂ ਕੋਈ ਸਟੇਟਮੈਂਟ ਜਾਰੀ ਕਰ ਸਕੋ, ਇਹ ਕਿਸੇ ਕੋਲੇ ਤੁਹਾਡੀ ਜ਼ਿੰਮੇਵਾਰੀ ਨਹੀਂ ਬਣਦੀ। ਤੇ ਅਸੀਂ ਪੰਥ ਦੀ ਗੱਲ ਕਰ ਰਹੇ ਹਾਂ। ਅੱਛਾ, ਫਿਰ ਜੇ ਅਸੀਂ ਸਵਾਲ ਪੁੱਛਦੇ ਹਾਂ ਉਸ ਸਵਾਲ ਦਾ ਮੈਨੂੰ ਇਹ ਕਹਿ ਕੇ ਚੁੱਪ ਕਰਾ ਦਿੱਤਾ ਜਾਂਦਾ ਵੀ ਤੁਹਾਡੇ ਤੇ ਕਾਨੂੰਨੀ ਕਾਰਵਾਈ ਕਰਾਂਗੇ। ਹੁਣ ਮੈਂ ਇਹ ਪੁੱਛਦਾ, ਕਾਨੂੰਨੀ ਕਾਰਵਾਈ ਤਾਂ ਤੁਸੀਂ ਤਾਂ ਕਰੋਗੇ ਜੇ ਮੈਂ ਕੋਈ PIL ਫਾਈਲ ਕੀਤੀ ਹੋਵੇ,
ਵੀ ਉੱਥੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਰਟ 'ਚ ਜਾ ਕੇ ਇਹ ਗੱਲ ਕਹੀ ਹੈ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਨੂੰਨੀ ਤੌਰ ਤੇ ਆ ਕੇ ਜਵਾਬ ਦੇਵੇ। ਮੈਂ ਤਾਂ ਤੁਹਾਡੇ ਤੋਂ ਸਵਾਲ ਪੁੱਛਿਆ ਜੀ, ਤੇ ਸਵਾਲ ਪੁੱਛਣ ਦਾ ਹੱਕ ਉਹ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਾਨੂੰ ਦਿੱਤਾ, 10ਵੇਂ ਪਾਤਸ਼ਾਹ ਨੇ ਸਾਨੂੰ ਦਿੱਤਾ। ਹੁਣ ਤੁਸੀਂ ਉਹ ਵੀ ਖੋਲੋਗੇ ਸਾਡੇ ਤੋਂ। ਹੁਣ ਇਹ ਗੱਲਾਂ ਕਿੱਧਰ ਨੂੰ ਜਾ ਰਹੀਆਂ? ਇਸ ਕਰਕੇ ਮੈਨੂੰ ਦੂਜੀ ਗੱਲ ਜਿਹੜੀ ਸਭ ਤੋਂ ਹੈਰਾਨੀਜਨਕ ਹੋਰ ਇੱਕ ਗੱਲ ਸੀ ਵੀ ਡਾਕਟਰ ਈਸ਼ਰ ਸਿੰਘ ਐਡਵੋਕੇਟ ਉਸ ਜਾਂਚ ਕਮੇਟੀ ਦੀ ਪ੍ਰਧਾਨਗੀ ਕਰ ਰਹੇ ਆ, ਜਿਹੜੀ ਜਾਂਚ ਕਮੇਟੀ ਬਣਾਈ ਗਈ ਆ 267 ਜਿਹੜੇ ਸਰੂਪ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ, ਉਹਨਾਂ ਦਾ ਪਤਾ ਕਰਨ ਵਾਸਤੇ। ਹੁਣ ਇੱਕ ਗੱਲ ਦਾ ਮੈਨੂੰ ਜਵਾਬ ਦਿਓ, ਜਿਹੜੀ ਜੱਜ ਸਾਹਿਬਾਨਾ ਹਾਈ ਕੋਰਟ ਦੀ ਸੀ ਉਹਨਾਂ ਨੂੰ ਪਾਸੇ ਕਿਉਂ ਕਰ ਦਿੱਤਾ ਗਿਆ, ਜਾਂ ਜੇ ਉਹ ਆਪ ਪਾਸੇ ਹੋ ਗਿਆ ਉਹਦੀ ਆ ਕੇ ਤੁਸੀਂ ਸੰਗਤ ਨੂੰ ਸਪਸ਼ਟੀਕਰਨ ਦਿਓ ਇਹ ਹੋਇਆ ਕੀ ਆ। ਅਗਲੀ ਗੱਲ ਸਾਨੂੰ ਇਹ ਕਿਹਾ ਗਿਆ ਸੀ ਵੀ ਕੋਈ ਰਿਟਾਇਰਡ ਜਸਟਿਸ ਇਹਦੀ ਜਾਂਚ ਕਰੂਗਾ, ਤੇ ਅੱਜ ਤੁਸੀਂ ਡਾਕਟਰ ਈਸ਼ਰ ਸਿੰਘ ਆ ਜਿਹੜੇ ਉਹ ਵੀ ਇੱਕ ਐਡਵੋਕੇਟ ਆ, ਉਹਨਾਂ ਦੀ ਜਿਹੜੀ ਸੈਂਟਿਟੀ ਆ ਜਾਂ ਉਹਨਾਂ ਦੀ ਜਿਹੜੀ ਤੁਸੀਂ ਇਹ ਕਹਿ ਲਓ ਨੈਤਿਕਤਾ, ਉਹ ਸੰਗਤ ਨਾਲ ਵਿਚਾਰੀ ਸੰਗਤ 'ਚ ਬਹਿ ਕੇ ਇਹ ਫੈਸਲਾ ਲਿਆ ਕਿ ਕਮਰਿਆਂ 'ਚ ਬਹਿ ਕੇ ਫੈਸਲੇ ਲੈ ਲੈਂਦੇ ਹੋ ਤੇ ਸੰਗਤ ਦੇ ਉੱਤੇ ਥੋਪ ਦਿੰਦੇ ਹੋ। ਹੁਣ ਅਸੀਂ ਤੁਹਾਡੇ ਤੋਂ ਸਵਾਲ ਵੀ ਨਾ ਪੁੱਛੀਏ, ਇਹ ਗੱਲਾਂ ਬੜੀਆਂ ਅਪਸੈਟ ਕਰਨ ਵਾਲੀਆਂ ਜੀ। ਅੱਛਾ, ਇੱਕ ਪਾਸੇ ਤਾਂ ਤੁਸੀਂ ਇਤਿਹਾਰ ਦੇ ਰਹੇ ਹੋ ਵੀ ਦੇਖੋ 267 ਰੂਪ ਜਿਹੜੇ ਘਟਿਆ ਉਹਦੇ ਬਾਰੇ ਜੇ ਕਿਸੇ ਨੂੰ ਜਾਣਕਾਰੀ ਹੋਵੇ ਤਾਂ ਹਲਫਨਾਮਾ ਸਾਡੇ ਤਾਈਂ ਪਹੁੰਚਾਓ। ਇੱਕ ਪਾਸੇ ਜਥੇਦਾਰ ਸਾਹਿਬ ਕਹਿ ਰਹੇ ਆ ਵੀ ਕੋਈ ਗੱਲ ਨਹੀਂ ਆ, ਇਹ ਕਲੈਰੀਕਲ ਮਿਸਟੇਕ ਆ, ਤੇ ਇਹ ਜੇ ਇੰਨੀ ਇਹਦੇ 'ਚ ਤੁਸੀਂ ਆਪ ਦੇਖੋ ਇਹ ਤਾਂ ਕੌਨਫਲਿਕਟ ਆ ਸ਼ਰੇਆਮ। ਹੁਣ ਗੱਲਾਂ ਕੀ ਹੋ ਰਹੀਆਂ ਇੱਥੇ? ਇਹ ਗੱਲਾਂ ਕਿਸੇ ਹੋਰ ਪਾਸੇ ਨੂੰ ਜਾ ਰਹੀਆਂ। ਸਾਨੂੰ ਚੁੱਪ ਨਾ ਕਰਾਓ, ਸਾਡੀਆਂ ਆਵਾਜ਼ਾਂ ਚੁੱਪ ਨਾ ਕਰਾਓ, ਸਾਨੂੰ ਜਵਾਬ ਦਿਓ। ਜਵਾਬ ਦੇਈ ਬਣਦੀ ਆ ਤੇ ਜਵਾਬ ਦੇਣਾ ਪਊਗਾ। ਮੈਨੂੰ ਨਾ ਇਸ ਗੱਲ ਤੇ ਜਿਹੜਾ ਮੈਂ ਆ ਕੇ ਸਵਾਲ ਪੁੱਛਦਾ, ਕੋਈ ਰਾਜਸੀ ਸਵਾਲ ਪੁੱਛਦੇ ਆ ਉਹਦੇ ਤੇ ਤੁਸੀਂ ਚੁੱਪ ਕਰਾ ਦਿੰਦੇ ਹੋ। ਕੋਈ ਸਮਾਜਿਕ ਜਾਂ ਸਾਡੇ ਤੁਸੀਂ ਇਹ ਕਹਿ ਲਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਹੋਈ ਜੇ ਕੋਈ ਗੱਲ ਸਾਡੇ ਮਨ 'ਚ ਕੋਈ ਸ਼ੰਕੇ ਖੜੇ ਹੁੰਦੇ ਆ ਉਹਦੇ ਬਾਰੇ ਪੁੱਛਦੇ ਆ, ਤੁਸੀਂ ਚੁੱਪ ਕਰਾ ਦਿੰਦੇ ਹੋ। ਹੁਣ ਤਾਂ ਮੈਂ ਇੱਕ ਨਜ਼ਮ ਪੜ੍ਹ ਰਿਹਾ ਸੀ, ਬੜੀ ਮੈਨੂੰ ਇਸ ਮੌਕੇ ਤੇ ਉਹ ਨਜ਼ਮ ਯਾਦ ਆ ਰਹੀ ਹੈ। ਮੈਂ ਤੁਹਾਨੂੰ ਇੱਕ ਗੱਲ ਇਸ ਕਰਕੇ ਦੱਸ ਰਿਹਾ, ਇਹ ਅੱਜ ਦੇ ਹੁਕਮਰਾਨਾਂ ਨੂੰ ਜਾਂ ਇਹ ਸਾਰੇ ਬੈਠੇ ਜਿਹੜੇ ਸਾਡੇ ਮੋਹਰੀ ਆ ਉਹਨਾਂ ਦੇ ਲਈ ਮੈਂ ਇਹ ਨਜ਼ਮ ਕਿਤੋਂ ਪੜ੍ਹ ਰਿਹਾ ਸੀ। ਮੈਂ ਉਹਨਾਂ ਨੂੰ ਦੱਸਦਾ, ਸਭ ਯਾਦ ਰੱਖਾ ਜਾਏਗਾ, सब याद रखा जाएगा, तुम्हारी लाठियों और गोलियों से कत्ल हुए हैं जो मेरे यार सब, तुम्हारी लाठियों और गोलियों से कत्ल हुए हैं जो मेरे यार सब, उनकी याद में दिलों को बर्बाद रखा जाएगा, सब याद रखा जाएगा। तुम स्याहियों से झूठ लिखोगे हमें मालूम है, तुम स्याहियों से झूठ लिखोगे हमें मालूम है, हो हमारे खून से ही सही पर सच जरूर लिखा जाएगा, सब याद रखा जाएगा, सब याद रखा जाएगा। जब कभी जिक्र होगा दौरे बुज़दिली का, तुम्हारा काम याद रखा जाएगा, और जब कभी जिक्र होगा दौरे जिंदगी का, हमारा नाम याद रखा जाएगा। तुम ज़मीं पे जुल्म लिखोगे, तुम ज़मीं पे जुल्म लिखोगे, आसमान पे मगर इनकलाब लिखा जाएगा, सब याद रखा जाएगा, सब याद रखा जाएगा। ये याद रखियो तुसी, सब कुछ याद रखा जाऊ, असी नहीं भुलते ते आउण वालियां कौमां ने नहीं भुलना। तुसी इस गल्लां दी तुहानूं जवाबदेही बनदी आ। बाकी मैं साडे मेरे जिहड़े भरा सारे पंजाब दे वासी आ, मैं उन्हां नूं पहिलां भी कहा सी लड़ाई पंजाब खातर आ, ते मैं तुहानूं एक गल दसदा, सानूं मसलियां दी हजे समझ ही नहीं आई। ਅਸੀਂ क्योंकि हालात ही नहीं बदल रहे। तुसी देख लो सालां बद्धी साल हो गए, हालात नहीं बदल रहे। हालात नहीं बदल रहे तो सानू मसलियां दी समस्यावां दी हजे तक समझ ही नहीं आई। अदरवाइज ये मसले या समस्यावां जिहड़ियां साडे गलां च पातियां इन्हां ने ये हल हो जाणियां सी। हुण अगली गल जिहड़ी मैं तुहानूं कहना चाहना भी ये कई वारी भरम पा लैंदे आपां भी सानू मसलियां दी समझ आ। सानू सिर जोड़ के बैठना पऊगा, मसलियां नूं समझना पऊगा, नवें टूल घड़ने पैने आ, नवें साडे पैंतरे घड़ने पैने आ, साडी रणनीति घड़नी पैनी आ। हुण जिहड़ियां असीं आदतां पाली बैठे आ ना, देखो
ਇੱਕ ਸਾਨੂੰ ਕਿਸੇ ਵੇਲੇ ਇਹ ਲੱਗਦਾ ਹੁੰਦਾ ਸੀ ਵੀ ਸਾਨੂੰ ਕਾਨੂੰਨ ਦੀ ਪ੍ਰੋਟੈਕਸ਼ਨ ਆ, ਜਾਂ ਕੋਈ ਸਾਨੂੰ ਇੱਥੇ ਰਾਈਟ ਆ, ਲਿਬਰਟੀ ਦਾ ਸਾਡੀ ਦਾ ਇੱਕ ਫਰੀडम ਆ, ਜਾਂ ਸਾਨੂੰ ਇਹ ਲੱਗਦਾ ਹੁੰਦਾ ਸੀ ਵੀ ਜਿਹੜੇ ਕੁਝ ਇੰਸਟੀਟਿਊਸ਼ਨਸ ਬਣੇ ਹੋਏ ਆ ਉਹਨਾਂ ਤੋਂ ਕੁਝ ਜਸਟਿਸ ਦੀ ਉਮੀਦ ਰੱਖੀ ਜਾ ਸਕਦੀ ਆ। ਪਰ ਇਹ ਸਭ ਕੁਝ ਖਤਮ ਹੋ ਗਿਆ, ਮੋਰੈਲਿਟੀ ਖਤਮ ਹੋ ਗਈ। ਹੁਣ ਸੁਪਰੀਮ ਕੋਰਟ ਟੂ ਇਲੈਕਸ਼ਨ ਕਮਿਸ਼ਨ ਟੂ CBI, ਕਿਸੇ ਵੇਲੇ ਆਪਾਂ ਇਹ ਕਹਿੰਦੇ ਹੁੰਦੇ ਸੀ ਯਾਰ ਪੁਲਿਸ ਤੋਂ ਜਾਂਚ ਨਾ ਕਰਾਓ, CBI ਤੋਂ ਜਾਂਚ ਕਰਾ ਲਓ। ਇਹ ਰੈਲੇਵੈਂਸ ਹੀ ਨਹੀਂ ਰਹੀਆਂ ਗੱਲਾਂ। ਜਾਂ ਤੁਸੀਂ 4 ਬੰਦੇ ਇਕੱਠੇ ਹੋ ਕੇ 10 ਬੰਦੇ ਇਕੱਠੇ ਹੋ ਕੇ ਮੰਗ ਪੱਤਰ ਦੇ ਆਉਂਦੇ ਸੀ, ਕਿਸੇ SDM ਨੂੰ ਦੇਤਾ, ਕਿਸੇ DC ਨੂੰ ਦੇਤਾ, ਜਾਂ ਗਵਰਨਰ ਨੂੰ ਮੰਗ ਪੱਤਰ ਦੇਤਾ। ਇਹ ਗੱਲਾਂ ਦੀ ਹੁਣ ਰੈਲੇਵੈਂਸ ਨਹੀਂ ਰਹੀ। ਉਹ ਮੰਗ ਪੱਤਰ ਦੇ ਕੇ ਅਸੀਂ ਫੋਟੋ ਖਿਚਾ ਲੈਂਦੇ ਆ, ਫੋਟੋ ਮੁੜ ਕੇ ਅਖਬਾਰ 'ਚ ਲਵਾ ਦਿੰਦੇ ਆ, ਕੋਈ ਗੱਲ ਹੀ ਨਹੀਂ ਬਣ ਰਹੀ, ਕਿਤੇ ਸਾਡਾ ਫੌ ਹੀ ਨਹੀਂ ਪੈ ਰਿਹਾ। ਇਸ ਕਰਕੇ ਇਸ ਟਾਈਮ ਇਸ ਰਿਐਲਿਟੀ ਨੂੰ ਸਮਝਣਾ, ਉਸ ਰਿਐਲਿਟੀ ਦੀ ਮਹੱਤਤਾ ਨੂੰ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਆ। ਇਹਨਾਂ ਹੁਕਮਰਾਨਾਂ ਦੀ ਮਾਨਸਿਕਤਾ ਨੂੰ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਆ। ਇਸ ਕਰਕੇ ਮੈਂ ਕਹਿ ਰਿਹਾ ਵਾਰ-ਵਾਰ, ਸਾਨੂੰ ਸਿਰ ਜੋੜ ਕੇ ਬੈਠਣਾ ਪਊਗਾ, ਇੱਕ ਜੁੱਟ ਹੋਣਾ ਪਊਗਾ, ਤੇ ਉਦੋਂ ਬਾਅਦ ਨਵੇਂ ਟੂਲ, ਨਵੀਂ ਰਣਨੀਤੀ, ਨਵੇਂ ਪੈਂਤਰੇ ਘੜਨੇ ਪੈਣੇ ਆ। ਨਹੀਂ ਇਹਨਾਂ ਨੇ ਸਾਡਾ ਫੌ ਨਹੀਂ ਪੈਣ ਦੇਣਾ, ਇਹਨਾਂ ਨੇ ਸਾਨੂੰ ਉਲਝਾਈ ਰੱਖਣਾ। ਉਦੋਂ ਬਾਅਦ ਜਦੋਂ ਸਮੱਸਿਆਵਾਂ ਦੀ ਗੱਲ ਹੁੰਦੀ ਆ, ਹੁਣ ਸਮੱਸਿਆਵਾਂ ਅਸੀਂ ਬਹੁਤ ਇਹੋ ਜਿਹੀਆਂ ਸਮੱਸਿਆਵਾਂ ਇੱਕੋ ਦੌਰ ਇਸੇ ਵੇਲੇ ਅਸੀਂ ਉਹਨਾਂ ਨਾਲ ਜੂਝ ਰਹੇ ਹਾਂ, ਪਰ ਸਾਨੂੰ ਪ੍ਰਾਇਰਟਾਈਜ਼ ਕਰਨਾ ਪਊਗਾ। ਪਹਿਲਾਂ ਸਿਰ ਜੋੜ ਕੇ ਬੈਠੀਏ, ਫਿਰ ਸਮੱਸਿਆਵਾਂ ਨੂੰ ਪ੍ਰਾਇਰਟਾਈਜ਼ ਕਰੀਏ ਵੀ ਕਿਹੜੀ ਸਮੱਸਿਆ ਨੂੰ ਪਹਿਲਾਂ ਨਜਿੱਠਿਆ ਜਾਵੇ, ਫਿਰ ਦੂਜੀ ਵਾਰੀ, ਫਿਰ ਤੀਜੀ ਵਾਰੀ, ਫਿਰ ਚੌਥੀ ਵਾਰੀ। ਸੋ ਮੇਰੇ ਖਿਆਲ 'ਚ ਸਾਨੂੰ ਸਾਡਾ ਇੰਟੈਲੈਕਚੁਅਲ ਕੈਲੀਬਰ ਆ, ਉਹਨੂੰ ਥੋੜ੍ਹਾ ਜਿਹਾ ਉੱਤੇ ਚੱਕਣ ਦੀ ਜ਼ਰੂਰਤ ਆ। ਇਸ ਕਰਕੇ ਗੱਲਾਂ ਨੂੰ ਸਮਝੋ, ਮਸਲਿਆਂ ਨੂੰ ਸਮਝੋ, ਸਿਰ ਜੋੜ ਕੇ ਬੈਠੋ, ਆਪਸ 'ਚ ਇੱਕ ਦੂਜੇ ਦੇ ਸਿਰ ਨਾ ਪਾੜੀਏ। ਮੇਰੀ ਇਹੀ ਅਰਦਾਸ ਆ ਜੀ, ਇਹੀ ਸਾਰੀ ਸੰਗਤ ਨੂੰ, ਮੇਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ। ਮੈਨੂੰ ਜਦੋਂ ਮਰਜ਼ੀ ਮੈਦਾਨ 'ਚ ਬੁਲਾ ਲਓ, ਜੋ ਸੰਗਤ ਮੈਨੂੰ ਹੁਕਮ ਕਰੂਗੀ ਉਹ ਸਿਰ ਮੱਥੇ। ਪਰ ਮੈਂ ਇੱਕ ਗੱਲ ਫੇਰ ਦੱਸਦਾ, ਇਹ ਗੱਲ ਕਹੀ ਗਈ ਆ ਔਰ ਬਹੁਤ ਹੀ, ਮੈਂ ਇਹ ਕਹਿੰਦਾ ਹਾਸੋਹੀਣੀ ਗੱਲ ਆ ਵੀ ਮੈਂ ਸਿੱਖ ਨਹੀਂ ਆ ਜਾਂ ਮੇਰੇ ਅੰਦਰ ਸਿੱਖ ਵਾਲਾ ਜਜ਼ਬਾ ਨਹੀਂ ਆ। ਮੈਂ ਹੋ ਸਕਦਾ ਸਾਬਤ ਸਰੂਪ ਇਸ ਵੇਲੇ ਨਾ ਹੋਵਾਂ, ਮੇਰੇ 'ਚ ਕਮੀਆਂ ਹੋਣ, ਮੈਂ ਸਾਬਤ ਸਰੂਪ ਨਹੀਂ ਆ, ਪਰ ਮੈਂ ਨਤਮਸਤਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੁਣਾ। ਮੇਰਾ ਸਮਰਪਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆ, ਸਾਡੇ ਗੁਰੂ ਸਾਹਿਬਾਨਾਂ ਨੂੰ ਆ, ਤੇ ਸਾਡੇ ਅਕਾਲ ਤਖਤ ਸਾਹਿਬ ਨੂੰ ਆ, ਹਮੇਸ਼ਾ ਹੀ ਰਹੂਗਾ। ਜੇ ਇਸ ਗੱਲ ਤੋਂ ਮੈਂ ਭੱਜ ਗਿਆ ਕਿਤੇ, ਤਾਂ ਸੰਗਤ 'ਚ ਖੜੇ ਕਰਕੇ ਟੋਟੇ ਕਰ ਦਿਓ। ਮੈਂ ਤੁਹਾਨੂੰ ਅੱਜ ਇਹ ਗੱਲ ਕਹਿ ਰਿਹਾ। ਅਦਰਵਾਈਜ਼ ਹੁਣ ਸਾਨੂੰ ਜ਼ਰੂਰਤ ਆ ਅਸੀਂ ਖੜੇ ਹੋਈਏ, ਆਪਦੀ ਆਵਾਜ਼ ਚੁੱਕੀਏ। ਇਹ ਆਵਾਜ਼ ਸਾਨੂੰ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਦਿੱਤੀ ਆ, ਸਾਨੂੰ ਇਹਦੀ ਬਖਸ਼ ਸ਼੍ਰੀ ਗੁਰੂ ਗੋਬਿੰਦ ਸਾਹਿਬ ਨੇ ਕੀਤੀ ਆ। ਇਸ ਕਰਕੇ ਅਸੀਂ ਆਪਦੇ ਆਪ ਨੂੰ ਇਕਜੁੱਟ ਹੋ ਕੇ ਕਲੈਕਟਿਵ ਕੌਨਸ਼ੀਅਸਨੈਸ ਨੂੰ ਸਮਝੀਏ ਤੇ ਅੱਗੇ ਲੈ ਕੇ ਚੱਲੀਏ। ਇੰਨੀ ਇੱਕ ਬੇਨਤੀ ਮੈਂ ਸੰਗਤ ਨੂੰ ਕਰਨੀ ਸੀ। ਮੇਰੇ ਅੰਦਰ ਸੱਟ ਵੱਜੀ ਆ ਜਦੋਂ ਇਹ ਗੱਲ ਕਹੀ ਗਈ। ਉਸ ਤਖਤ ਤੋਂ, ਜਿਸ ਤਖਤ ਤੇ ਬਠਿੰਡਿਓਂ ਤੁਰ ਕੇ ਮੈਂ ਦਮਦਮਾ ਸਾਹਿਬ ਜਾ ਕੇ ਮੱਥਾ ਟੇਕਦਾ ਹੁੰਦਾ ਸੀ, ਤੁਰ ਕੇ ਜਾਂਦੇ ਸੀ, ਉਸ ਤਖਤ ਤੋਂ ਇਹ ਗੱਲ ਜੇ ਕਹੀ ਜਾਂਦੀ ਆ ਤਾਂ ਕਿਤੇ ਨਾ ਕਿਤੇ ਜਜ਼ਬਾਤੀ ਤੌਰ ਤੇ ਗੱਲ ਅੰਦਰ ਵੱਜਦੀ ਆ ਜਾ ਕੇ। ਸੋ ਇਸ ਜਜ਼ਬਾਤ ਨੂੰ ਸਮਝਦੇ ਹੋਏ ਮੇਰੇ ਤੋਂ ਕੋਈ ਇਹੋ ਜਿਹੀ ਗੱਲ ਹੋ ਗਈ ਹੋਵੇ ਜਿਹੜੀ ਸੰਗਤ ਦੀ ਸ਼ਾਨ 'ਚ ਜਾਂ ਸਾਡੇ ਗੁਰੂ ਸਾਹਿਬਾਨਾਂ ਦੀ ਸ਼ਾਨ 'ਚ ਸ਼ੋਭਾ ਨਹੀਂ ਦਿੰਦੀ, ਤਾਂ ਉਹਦੇ ਲਈ ਮੈਂ ਹਮੇਸ਼ਾ ਹੀ ਤੁਹਾਡੇ ਸਾਹਮਣੇ ਝੁੱਕ ਕੇ ਆਪਦੇ ਆਪ ਨੂੰ ਪੇਸ਼ ਕਰੂੰਗਾ। ਤੋ ਥੈਂਕ ਯੂ ਸੋ ਮੱਚ। ਜਿਉਂਦੇ ਵਾਸਤੇ ਰਹੋ। ਬਹੁਤ ਸਾਰਾ ਪਿਆਰ ਤੇ ਸਤਿਕਾਰ। ਸਤਿ ਸ਼੍ਰੀ ਅਕਾਲ ਦੋਸਤੋ। ਦੀਪ ਸਿੱਧੂ ਦੀ ਇਹ ਵੀਡੀਓ ਤੋਂ ਬਾਅਦ ਹੁਣ ਕਈ ਲੋਕ SGPC ਸੰਸਥਾ ਦੇ ਹੱਕ ਦੇ ਵਿੱਚ ਵੀ ਹੋਣਗੇ ਤੇ ਕਈ ਲੋਕ ਦੀਪ ਸਿੱਧੂ ਦੇ ਹੱਕ ਦੇ ਵਿੱਚ ਵੀ ਖੜੇ ਹੋਣਗੇ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਅਸਲ ਦੇ ਵਿੱਚ SGPC ਦੀਪ ਸਿੱਧੂ ਦੇ ਖਿਲਾਫ ਕੋਈ FIR, ਕੋਈ ਮਾਮਲਾ ਦਰਜ ਕਰਦੀ ਹੈ।